सानू चरना दे नाल चढ़ती कला दे संदेशक, सरबत दे भले दे प्रेरक, मानवता दे प्यारे, कीर्तियां दे पैगंबर, अदुੱਤੀ गाड़ीहार, बाणी दे भंडार, ज्ञान दे प्रकाश, सच दे चंद्रमा, हिरदे रूपी सुख चुके सरोवरां नूं नाम रूपी जल दे नाल भरन वाले गुले गुलजार, रोशने चिराग, खालसा पंथ की मौजूदा सरकार, ज़ाहरा ज़हूर, हाजरा हजूर, ज्ञान के सागर, चौं कुंटां के मालक, सर्व कायनात के अंदर वस रही रूहां नूं आत्मक शांति बख्शण वाले धन 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 साहिब श्री गुरु ग्रंथ साहिब जी महाराज
ਜਿਨ੍ਹਾਂ ਦੀ ਅਪਾਰ ਪਵਿੱਤਰ ਬਖਸ਼ਿਸ਼ ਦਾ ਸਦਕਾ ਆਪ ਸਰਬ ਸੰਗਤ ਅੰਮ੍ਰਿਤ ਵੇਲੇ ਤੋਂ ਭਗਤੀ ਅਤੇ ਬੰਦਗੀ ਕਰ ਰਹੇ ਹੋ। ਤੁਹਾਡੀ ਭਗਤੀ ਅਤੇ ਬੰਦਗੀ ਨੂੰ ਸਿਰ ਸਿੱਝਦਾ ਗੁਰੂ ਦਾਤਾ ਕੁਝ ਕਹਿਣ ਦਾ ਬਲ ਬਖਸ਼ੇ। ਆਓ ਬੰਦਨਾ ਪੜੀ ਗਈ ਹੈ, ਸਾਨੂੰ ਚਰਨਾਂ ਦੇ ਨਾਲ ਰੱਖੀ ਜੋੜ ਪ੍ਰੀਤਮਾ। ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਰਨਾਂ ਦੇ ਨਾਲ ਜੋੜਨ ਦਾ, ਚਰਨਾਂ ਦੇ ਨਾਲ ਹਿਰਦੇ 'ਚ ਵਸਾਉਣ ਦਾ, ਚਰਨਾਂ ਦੇ ਨਾਲ ਜੋੜਨ ਦਾ ਤੇ ਚਰਨਾਂ ਨੂੰ ਹਿਰਦੇ 'ਚ ਵਸਾਉਣ ਦਾ ਕਨਸੈਪਟ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰ-ਬਾਰ ਆਇਆ। ਇਹ ਚਰਨ ਹਿਰਦੇ 'ਚ ਵਸਾਉਣੇ ਹੈ, ਇਹਦਾ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਹੈ। ਅੱਜ ਤੁਸੀਂ ਕਿਸੇ ਡਾਕਟਰ ਕੋਲ ਜਾਓ, ਜਿਹੜੇ ਬਾਇਓਲੋਜੀ ਦੇ ਸਟੂਡੈਂਟ ਬੈਠੇ ਹੋਣਗੇ ਨਾ, ਉਹਨਾਂ ਨੂੰ ਵੱਧ ਪਤਾ ਹੋਏਗਾ ਕਿਸੇ ਬੰਦੇ ਦਾ ਆਪਣੇ ਸੰਤ ਨਾਲ, ਅੱਜ ਦੇ ਕਿਸੇ ਆਪਦੇ ਗੁਰੂ ਨਾਲ ਪਿਆਰ ਹੋਵੇ ਤੇ ਉਹਦੇ ਕੋਲ ਜਾਓ ਤੇ ਡਾਕਟਰ ਕੋਲ ਜਾਓ ਕਿ ਬਾਇਓਲੋਜੀਕਲ ਤੌਰ ਦੇ ਉੱਤੇ, ਮੈਡੀਕਲ ਤੌਰ ਦੇ ਉੱਤੇ ਇੱਕ ਗੱਲ ਉਹ ਬੰਦਾ ਜਾ ਕੇ ਕਹੇ ਵੀ ਮੇਰੇ ਬਾਬੇ ਦੇ ਚਰਨ ਮੇਰੇ ਹਿਰਦੇ 'ਚ ਵਸਾ ਦੇ, ਮੇਰੇ ਦਿਲ 'ਚ ਵਸਾ ਦੇ। ਬਾਇਓਲੋਜੀਕਲ ਤੌਰ ਦੇ ਉੱਤੇ, ਮੈਡੀਕਲ ਤੌਰ ਦੇ ਉੱਤੇ ਹੋ ਨਹੀਂ ਸਕਦਾ ਵੀ ਕਿਸੇ ਬੰਦੇ ਦੇ ਪੈਰ ਵੱਢ ਕੇ ਕਿਸੇ ਬੰਦੇ ਦੇ ਦਿਲ 'ਚ ਪਾਏ ਜਾਣ, ਇਹ ਹੋ ਨਹੀਂ ਸਕਦੀ ਗੱਲ। ਫਿਰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜ਼ਿਕਰ ਆਉਂਦਾ ਵੀ ਚਰਨੀ ਹਿਰਦੇ 'ਚ ਵਸਾਉਣੇ ਆ, ਚਰਨੀ ਹਿਰਦੇ 'ਚ ਵਸਾਉਣੇ ਆ। ਫਿਰ ਚਰਨ ਹੈ ਕੀ ਆ? ਜੇ ਅੱਜ ਸਾਇੰਸ ਤਰੱਕੀ ਕਰ ਗਈ, ਐਨੀ ਤਰੱਕੀ ਦੇ ਉੱਤੇ ਆ 21ਵੀਂ ਸਦੀ, ਕਿਸੇ ਬੰਦੇ ਦੇ ਪੈਰ ਵੱਢ ਕੇ ਦਿਲ 'ਚ ਨਹੀਂ ਵਸਾਏ ਜਾ ਸਕਦੇ, ਫਿਰ ਉਹ ਚਰਨ ਕਿਹੜੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਹਿਰਦੇ 'ਚ ਵਸਾਉਣੇ ਆ? ਇਹ ਸਵਾਲ ਹੈ, ਇਹਦਾ ਜਵਾਬ ਹੈ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਦਾ ਜਿਹੜਾ ਸ਼ਬਦ ਆ ਉਹ ਗੁਰੂ ਦੇ ਚਰਨ ਆ, ਉਹ ਹਿਰਦੇ 'ਚ ਵਸਾਉਣੇ ਆ। ਸੱਚੇ ਪਿਤਾ ਭਗਤ ਰਵਿਦਾਸ ਜੀ ਮਰਦਾ 40 ਸ਼ਬਦਾਂ ਦੇ ਵਿੱਚ ਇੱਕ ਸ਼ਬਦ ਹੈ, ਚਿੱਤ ਸਿਮਰਨ ਕਰੋ ਨੈਣ ਅਵਿਲੋਕਨੋ ਸ਼ਰਵਣ ਬਾਣੀ ਸੁਜਾ ਸਪੂਰ ਰੱਖੋ ਮਨ ਸੋ ਮਧੁਕਰ ਕਰੋ ਚਰਨ ਹਿਰਦੈ ਧਰੋ ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਉਹ ਪਰਮੇਸ਼ਰ ਦੇ ਚਰਨ ਮੈਂ ਆਪਣੇ ਹਿਰਦੇ ਵਿੱਚ ਧਰ ਲਵਾਂ, ਭਾਵ ਕਿ ਉਹ ਗੁਰੂ ਦਾ ਸ਼ਬਦ ਮੈਂ ਆਪਣੇ ਹਿਰਦੇ ਵਿੱਚ ਵਸਾ ਲਵਾਂ, ਉਹ ਆਪਣੀ ਜ਼ਿੰਦਗੀ 'ਚ ਵਸਾ ਲਵਾਂ। ਉਹ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ। ਵੀਰੇ ਰਿਪੀਟ ਘੱਟ ਕਰਦੇ, ਸਾਨੂੰ ਮਜ਼ਾ ਨਹੀਂ ਆਉਂਦਾ, ਆਵਾਜ਼ ਗੂੰਜਦੀ ਆ ਤੇ ਅਗਲਿਆਂ ਨੂੰ ਪਤਾ ਕੁਝ ਨਹੀਂ ਜੇ ਲੱਗਦਾ। ਰਿਪੀਟ ਬੰਦ ਕਰ ਦੇ। ਸਾਡੀ ਕਲਾਕਾਰਾਂ ਨਾਲ ਮਿਲਦੀ ਕੋਈ ਨਹੀਂ ਨਾ, ਤਾਂ ਕਲਾਕਾਰਾਂ ਨੂੰ ਲੋੜ ਹੁੰਦੀ ਆ। ਸਾਨੂੰ ਤਾਂ ਉਹੀ ਬਾਪ ਦਾਤੇ ਨੇ ਬੜਾ ਹਲਕ ਦਿੱਤਾ, ਸਾਨੂੰ ਤਾਂ ਗੁਰੂ ਨੇ ਦਿੱਤਾ ਗਲਾ। ਖੈਰ, ਚਰਨ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਮੈਂ ਹਿਰਦੇ 'ਚ ਵਸਾ ਲਾਂ ਆਪਦੇ, ਤੇ ਉਹ ਚਰਨ ਹੈ ਗੁਰੂ ਦੇ ਸ਼ਬਦ ਜਿਹੜਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾਂ ਦੇ ਭਾਵ ਦੇ ਨਾਲ ਆਪਣੀ ਜ਼ਿੰਦਗੀ 'ਚ ਵਸਾਏਗਾ। ਔਰ ਜਿਹੜਾ ਜ਼ਿੰਦਗੀ 'ਚ ਵਸਾਉਂਦਾ ਉਹਨੂੰ ਪਤਾ ਲੱਗਦਾ ਵੀ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹਨੂੰ ਪਤਾ ਲੱਗਦਾ ਹੈ ਵੀ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੈ ਬਾਰ ਜਿਉ ਬਨ ਫਲ ਭਾਗੈ ਭੋਏ ਗਿਰੈ ਬਾਹਰ ਨਾ ਲੱਗੈ ਡਾਰ। ਇਹ ਮਨੁੱਖਾ ਜਨਮ ਦੁਬਾਰਾ ਨਹੀਂ ਮਿਲਦਾ, ਇਹਨੂੰ ਸਿਮਰਨ ਕਰਕੇ ਬੰਦਗੀ ਕਰਕੇ ਸਫਲਾ ਕਰਨਾ ਚਾਹੀਦਾ ਹੈ। ਤੇ ਸਾਡੇ ਘਰ ਦੇ ਵਿੱਚ ਬੰਦਗੀ ਤੇ ਸਿਮਰਨ ਦਾ ਪਹਿਲਾ ਬੜਾ ਫਤਿਹ ਜਦੋਂ ਬੁਲਾਉਂਦੇ ਆ 2 ਵਾਰ ਵਾਹਿਗੁਰੂ ਦਾ ਜਾਪ ਹੁੰਦਾ ਹੈ, ਸਾਹਮਣੇ ਵਾਲਾ ਜਵਾਬ ਦਿੰਦਾ ਹੈ। 4 ਵਾਰ ਵਾਹਿਗੁਰੂ ਦਾ ਜਾਪ ਹੁੰਦਾ ਹੈ, ਜਿੱਦਣ ਅੰਮ੍ਰਿਤ ਛਕਾਇਆ ਜਾਂਦਾ ਹੈ ਗਿਣ ਕੇ 17 ਵਾਰ ਫਤਿਹ ਬੁਲਾਉਣੀ ਪੈਂਦੀ ਆ। 34 ਵਾਰੀ ਵਾਹਿਗੁਰੂ ਦਾ ਜਾਪ ਹੁੰਦਾ। ਅੱਜ ਫਤਿਹ ਭੁੱਲਦੇ ਜਾਂਦੇ ਸਿੱਖਾਂ ਦੇ ਪੁੱਤ ਤੇ ਸਿੱਖਾਂ ਦੀਆਂ ਧੀਆਂ। ਅੱਜ ਫਤਿਹ ਸ਼ਾਊਟ ਕੀਤੀ ਜਾ ਰਹੀ ਆ, ਅੱਧੇ ਸਿੱਖਾਂ ਦੇ ਪੁੱਤ ਤੇ ਸਿੱਖਾਂ ਦੀਆਂ ਧੀਆਂ WJKK ਪਾ ਕੇ ਤੇ WJKF ਪਾ ਕੇ ਕੰਮ ਸਾਰੀ ਜਾਂਦੇ ਆ। ਅੱਧੇ ਬਾਬਾ ਜੱਜਾ ਕੱਕਾ ਖੱਖਾ, ਬਾਬਾ ਜੱਜਾ ਕੱਕਾ ਫੱਫਾ ਪਾ ਕੇ ਕੰਮ ਸਾਰੀ ਜਾਂਦੇ ਆ। ਅੱਧੇ ਫਤਿਹ ਐ ਬੁਲਾਉਂਦੇ ਜਿਵੇਂ ਕਿਸੇ ਦੇ ਮੱਥੇ ਚਿੱਟ ਮਾਰਨ ਦੀ, ਬਹੁਤ ਖਾਲਸਾ ਬਹੁਤ ਫਤਿਹ। ਅੱਧੇ ਫਤਿਹ ਜੀ ਕੀ ਕਰੀ ਜਾਂਦੇ ਆ। ਕਿੱਥੋਂ ਤੱਕ ਆ ਗਏ ਸਿੱਖਾਂ ਦੇ ਪੁੱਤ। ਮੇਰੇ ਉਸਤਾਦ ਗਿਆਨੀ ਸਰੂਪ ਸਿੰਘ ਕੜਿਆਣਾ ਇੱਕ ਵਾਰੀ ਕੈਨੇਡਾ 에ਅਰਪੋਰਟ ਤੇ ਉਤਰੇ, ਉਹਨਾਂ ਨੂੰ ਬੜਾ ਸੋਹਣਾ ਨੌਜਵਾਨ ਲੈਣ ਆਇਆ। ਉਹਦੇ ਦਾੜੀ ਬੜੀ ਸੋਹਣੀ, ਉਹਦੇ ਦਸਤਾਰ ਬੜੀ ਸੋਹਣੀ ਸਜਾਈ।
ਦੂਰੋਂ ਕਰਦਾ ਵੇ ਹੈਲੋ ਹਾਏ। ਜਦੋਂ ਕੋਲੇ ਆਇਆ ਕਹਿੰਦੇ ਕੁਣੀ 'ਚ ਦਰਦ ਹੁੰਦਾ, ਕਹਿੰਦੇ ਨਹੀਂ। ਕਹਿੰਦੇ ਢਿੱਡ 'ਚ ਪੀੜ ਹੁੰਦੀ, ਕਹਿੰਦੇ ਨਹੀਂ। ਕਹਿੰਦੇ ਗੋਡੇ ਦਰਦ ਹੁੰਦੇ, ਕਹਿੰਦੇ ਨਹੀਂ। ਕਹਿੰਦੇ ਕਿਸੇ ਨੇ ਢਿੱਡ 'ਚ ਮੁੱਕਾ ਮਾਰਿਆ, ਕਹਿੰਦੇ ਨਹੀਂ। ਕਹਿੰਦੇ ਫਿਰ ਹਾਏ ਕਾਹਨੂੰ ਕਰੀ ਜਾਂਦਾ, ਚੀਕਾ ਕਾਹਨੂੰ ਮਾਰਦਾ, ਫਤਿਹ ਬੁਲਾ। ਕਹਿੰਦਾ ਸਿਖਾਈ ਨਹੀਂ ਕਿਸੇ ਨੇ। ਕਹਿੰਦੇ ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਸੇਮ ਟੂ ਯੂ, ਜਿਹੜੀ ਟਾਈਮ ਮੈਨੂੰ ਦਿੱਤੀ ਮੈਂ ਤੈਨੂੰ ਵਾਪਸ ਮੋੜਤੀ। ਅੱਜ ਸਿੱਖਾਂ ਦੇ ਪੁੱਤਾਂ ਦਾ ਆਹ ਹਾਲ ਬਣਦਾ ਜਾਂਦਾ। ਫਤਿਹ ਕੀ ਚੀਜ਼ ਹੈ? ਇਹ ਕੋਈ ਧਾਰਮਿਕ ਰਸਮ ਨਹੀਂ ਹੈ, ਬੜੇ ਅਜੀਜ਼ ਦੇ ਪਿਆਰੇ ਦੇ ਬਚਨ ਹੈ। ਉਹ ਕਹਿੰਦਾ ਫਤਿਹ ਵਿੱਚ ਹੈ ਸਿਮਰਨ ਦੀ ਬਖਸ਼ ਸਾਨੂੰ, ਫਤਿਹ ਵਾਹਿਗੁਰੂ ਵਿੱਚ ਮਨ ਟਿਕਾ ਦੇਵੇ। ਇਹ ਧੁਨ ਹੈ ਗੁਰੂ ਤੇ ਚੇਲੇ ਵਾਲੀ, ਬਿਰਤੀ ਗੁਰੂ ਦੇ ਚਰਨਾਂ ਵਿੱਚ ਲਾ ਦੇਵੇ। ਜਿਹੜੇ ਜਪਦੇ ਨੇ ਫਤਿਹ ਨੂੰ ਮੁਖ ਵਿੱਚੋਂ, ਫਤਿਹ ਜੀਵਨ ਦਾ ਬਲ ਸਿਖਾ ਦੇਵੇ। ਸਾਗਰ ਆ ਸੰਗਤ ਵਿੱਚ ਆਇਆ ਉਹਦਾ ਹੀ ਪ੍ਰਵਾਨ ਹੁੰਦਾ, ਕਿਹਦਾ? ਜਿਹੜਾ ਗੱਜ ਕੇ ਫਤਿਹ ਬੁਲਾ ਦੇਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਪਹਿਲਾਂ ਧੰਨਵਾਦੀਆਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਪਈ ਪ੍ਰਾਪਤ ਮਨੁੱਖ ਦੇ ਹੋਰੀਆ ਮਨੁੱਖਾ ਜਨਮ ਦੇ ਕੇ ਆਪਣੇ ਦਰਬਾਰ ਦੇ ਢਾਡੀ ਹੋਣ ਦਾ ਸਾਨੂੰ ਚਾਰਾਂ ਨੂੰ ਮਾਣ ਬਖਸ਼ਿਆ। ਧੰਨਵਾਦ ਗੁਰੂ ਕੀ ਸੰਗਤ ਆ, ਜਿਨ੍ਹਾਂ ਨੇ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਤਾਂ ਸਾਰਾ ਮਾਣ ਤੇ ਪਿਆਰ ਬਖਸ਼ਿਆ। ਧੰਨਵਾਦ ਪੰਜਾਬੀ ਮਾਂ ਬੋਲੀ ਦਾ, ਜਿਹਨੇ ਆਪਣੀ ਗੋਦੀ 'ਚ ਜਨਮ ਦਿੱਤਾ, ਆਪਣੀ ਗੋਦੀ 'ਚ ਪਾਲ ਪੜੋਸ ਕੇ ਸਿੱਖ ਇਤਿਹਾਸ ਤੇ ਗੁਰਬਾਣੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸਾਡੇ ਜ਼ਿੰਮੇ ਲਈ ਹੈ। 21 ਫਰਵਰੀ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਦਿਨ ਹੈ। 21 ਫਰਵਰੀ ਵਾਲੇ ਦਿਨ ਹੀ ਪੰਜਾਬੀ ਮਾਂ ਬੋਲੀ ਕੌਮਾਂਤਰੀ ਦਿਵਸ ਹੈ। ਪੰਜਾਬੀ ਮਾਂ ਬੋਲੀ ਅੰਤਰਰਾਸ਼ਟਰੀ ਕੌਮਾਂਤਰੀ ਦਿਵਸ ਹੈ। ਇੰਟਰਨੈਸ਼ਨਲ ਲੈਵਲ ਦੇ ਉੱਤੇ ਪੰਜਾਬੀ ਮਾਂ ਬੋਲੀ ਦਾ 21 ਫਰਵਰੀ ਵਾਲੇ ਦਿਨ ਦਿਵਸ ਹੈ। ਔਰ ਇਸ ਪੰਜਾਬੀ ਮਾਂ ਬੋਲੀ ਬਾਰੇ A.S. ਦਲੇਰ ਨੇ ਬੜਾ ਸੋਹਣਾ ਲਿਖਿਆ। ਆ 1 ਮਿੰਟ ਦੀ ਬੇਨਤੀ ਕਰਨ ਲੱਗੇ ਆਪਣੀ ਮਾਂ ਬੋਲੀ ਦੇ ਉੱਤੇ। ਕਹਿੰਦਾ ਸਿਰ ਤੇ ਝੌਰ ਝੁੱਲਦਾ ਇਹਦੇ 5 ਤਖਤਾਂ ਦੀ ਰਾਣੀ, ਸਿਰ ਤੇ ਝੌਰ ਝੁੱਲਦਾ ਇਹਦੇ 5 ਤਖਤਾਂ ਦੀ ਰਾਣੀ। ਦੁਨੀਆ ਦੀਆਂ ਬੋਲੀਆਂ ਦੇ ਵਿੱਚੋਂ ਕੋਈ ਨਾ ਇਸ ਦੀ ਹਾਣੀ। ਸੋਨੇ ਦੀ ਪਾਲਕੀ ਦੇ ਵਿੱਚ ਬੈਠੇ ਸੋਨੇ ਦੇ ਦਰਬਾਰ, ਮਾਤ ਭਾਸ਼ਾ ਪੰਜਾਬੀ ਸਾਡੀ ਕਰੋ ਇਹਦਾ ਸਤਿਕਾਰ। ਪਰ ਸਾਡਾ ਬਣਦਾ ਕੀ ਜਾਂਦਾ? ਪੂਰੇ 6 ਮਹੀਨੇ ਪਹਿਲਾਂ ਇੱਕ ਸ਼ੇਰ ਆਇਆ ਸੁਰਜੀਤ ਪਾਤਰ ਦਾ। ਸੁਰਜੀਤ ਪਾਤਰ ਨੇ ਇੱਕ ਗੱਲ ਲਿਖੀ ਆ। ਉਹ ਕਹਿੰਦਾ ਚੀਚੀ ਕਰਦੀਆਂ ਚਿੜੀਆਂ ਦਾ ਤੇ ਕਲ-ਕਲ ਕਰਦੀਆਂ ਨਦੀਆਂ ਦਾ। ਚੀਚੀ ਕਰਦੀਆਂ ਚਿੜੀਆਂ ਦਾ ਤੇ ਕਲ-ਕਲ ਕਰਦੀਆਂ ਨਦੀਆਂ ਦਾ, ਛਾ-ਛਾ ਕਰਦੇ ਬਿਰਖਾਂ ਦਾ, ਆਪਣਾ ਹੀ ਕੋਈ ਵੱਖਰਾ ਤਰਾਨਾ ਹੁੰਦਾ। ਉਹ ਮੈਂ ਦੁਨੀਆ ਤੇ ਇਹੋ ਜਿਹਾ ਮੁਲਕ ਵੀ ਵੇਖਿਆ ਜਿੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ। ਉਹ ਆ ਪੰਜਾਬ। ਉਸਤਾਦ ਦਾਮਨ ਉਹ ਕਹਿੰਦਾ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੀ ਚ ਪਲ ਕੇ ਜਵਾਨ ਹੋਇਓ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਤੇ ਗਰਾ ਛੱਡ ਦੇ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਉਸਤਾਦ ਦਾਮਨ ਬਾਬੇ ਨਜ਼ਮੀ ਦਾ ਉਸਤਾਦ। ਤੇ ਤੁਹਾਡਾ ਬੱਚਾ ਤੁਸੀਂ ਰੱਜ ਕੇ ਪੜਾਓ। ਤੁਹਾਡੀ ਜਥੇ ਵੱਲੋਂ ਅਰਦਾਸ ਹੈ ਸਾਰੇ ਸਿੱਖਾਂ ਦੇ ਪੁੱਤਾਂ ਨੂੰ ਡੋਚ ਆਉਂਦੀ ਹੋਵੇ, ਅਰਬਿਕ ਆਉਂਦੀ ਹੋਵੇ, ਫ੍ਰੈਂਸਿਕ ਆਉਂਦੀ ਹੋਵੇ। ਮਾਸੀ ਹੁੰਦੀ ਆ ਤੇ ਮਾਂ ਹੁੰਦੀ ਆ। ਇੱਕ ਗੱਲ ਚੇਤੇ ਰੱਖਿਓ, ਮਾਸੀ ਨੇ 100 ਰੁਪਏ ਵਾਲੀ ਸ਼ਰਟ ਤੇ 500 ਦਾ ਲੋਗੋ ਲਾ ਕੇ ਦੇ ਦੇਣਾ ਵੀ ਪੁੱਤ ਤੇਰੇ ਲਈ 500 ਦੀ ਲਿਆਂਦੀ ਸੀ। ਉਹ ਮਾਂ ਹੀ ਆ ਜਿਹੜੀ 1000 ਦੀ ਲੈ ਕੇ ਦੇ ਸਕਦੀ ਆ। ਮਾਸੀ ਚ ਹਿੰਮਤ ਨਹੀਂ ਹੁੰਦੀ ਕਈ ਵਾਰੀ। ਮਾਸੀ ਤਾਂ 500 ਵਾਲੇ ਸੂਟ ਤੇ 1000 ਦੀ ਟੇਪੀ ਲਾ ਦਿੰਦੀ ਆ ਕਈ ਵਾਰੀ। ਇਹ ਸੱਚੀਆਂ ਇੰਗਲਿਸ਼ ਨੂੰ ਪਿਆਰ ਕਰੀ ਜਾਂਦੇ ਹੋ, ਮਾਸੀ ਜਾਓ। ਮਾਂ ਹੀ ਹੁੰਦੀ ਆ। ਮਾਂ ਨੂੰ ਪਿਆਰ ਕਰੋ, ਮਾਸੀ ਨਾਲ ਨੂੰ। ਹਾਂ ਤੁਹਾਡਾ ਬੱਚਾ ਬੋਲ ਕੇ ਦਿਖਾਵੇ ਡੋਮੀਨੋਜ਼ ਦੇ ਵਿੱਚ ਪੰਜਾਬੀ, ਇੰਟਰਨੈਸ਼ਨਲ, ਜੋਸਫ ਗ੍ਰੀਨਲੈਂਡ, ਸੈਕਰਡ, ਇਹਨਾਂ ਸਕੂਲਾਂ 'ਚ ਬੋਲ ਕੇ ਦਿਖਾਵੇ ਤੁਹਾਡਾ ਬੱਚਾ ਪੰਜਾਬੀ। ਅਗਲੇ 250 ਦੀ ਰਸੀਦ ਪਾ ਕੇ ਘਰੇ ਭੇਜਦਾ ਵੀ ਤੁਹਾਡਾ ਬੱਚਾ ਦੇਸੀ ਬੋਲੀ ਬੋਲਦਾ ਸਾਡੇ ਸਕੂਲ 'ਚ। ਤੇ ਕਿਹੜੇ ਅੱਖਰ ਵਿਸਰਦੇ 1 ਸਕਿੰਟ ਲਈ ਦੱਸਣ ਲੱਗਿਆ। ਬਲੈਕ ਬੋਰਡ ਦਾ ਸਾਰਿਆਂ ਨੂੰ ਪਤਾ ਵੀ ਬਲੈਕ ਬੋਰਡ ਆ, ਤੇ ਬਲੈਕ ਬੋਰਡ ਨੂੰ ਪੰਜਾਬੀ 'ਚ ਕੀ ਕਹਿੰਦੇ ਆ ਪਤਾ ਹੀ ਕਿਸੇ ਨੂੰ ਨਹੀਂ। ਅਸੀਂ ਪਤਾ ਹੀ ਕਿਸੇ ਗੀਤਾ ਜੀ ਕਰੀ ਜਾਣਾ ਵੀ ਪੰਜਾਬੀ ਆ ਪੰਜਾਬੀ ਮਾਂ ਬੋਲੀ ਦਾ ਕਿੰਨਾ ਕੁ ਖਿਆਲ ਆ। ਇਹ ਬੇਨਤੀ ਕਰਨੀ ਪੈਣੀ ਆ ਕਿਉਂਕਿ 21 ਫਰਵਰੀ ਨੂੰ ਦਿਨ ਆਉਂਦਾ ਪਿਆ ਪੰਜਾਬੀ ਮਾਂ ਬੋਲੀ ਦਾ। ਉਹ ਤੋਂ ਬਾਅਦ ਭਗਤ ਰਵਿਦਾਸ ਜੀ ਦੇ ਜਨਮ ਦੀ ਬਾਤ ਛੇੜਨ ਲੱਗੇ ਆ। ਬਲੈਕ ਬੋਰਡ ਨੂੰ ਪੰਜਾਬੀ 'ਚ ਤਖਤ ਸਿਆਹਾ ਕਹਿੰਦੇ ਆ। ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੀ ਕਿਤਾਬ ਆ ਮੇਰੀ ਜੀਵਨ ਕਹਾਣੀ। ਬਲੈਕ ਬੋਰਡ ਨੂੰ ਪੰਜਾਬੀ 'ਚ ਤਖਤ ਸਿਆਹਾ, ਸ਼ਰਟ ਨੂੰ ਝੱਗਾ, ਬਟਨ ਨੂੰ ਗਦਾਮ, ਗਲਾਸ ਨੂੰ ਕੁੱਜਾ, ਸਾਈਕਲ ਨੂੰ ਬਾਬਰੋਲਾ, ਟਾਇਰ ਨੂੰ ਚੱਕਾ, ਬੱਸ ਨੂੰ ਲਾਰੀ, ਮੋਟਰਸਾਈਕਲ ਨੂੰ ਬੰਬੂ ਘਾਟ। ਇੰਨੇ ਕ ਵਿਸਰ ਗਏ ਵਾਸ਼ਰੂਮ ਨੂੰ ਖੋਰਾ, ਇੰਨੇ ਕ ਵਿਸਰ ਗਏ ਸਾਨੂੰ। ਐਡੇ ਕ ਅਸੀਂ ਛੱਡ ਚੁੱਕੇ ਆ, ਸਾਡੀ ਬੋਲੀ ਤੇ ਨਹੀਂ ਲੱਭਦਾ। ਆਓ ਮਾਂ ਬੋਲੀ ਦਾ ਸਤਿਕਾਰ ਕਰੋ ਆਪਣੇ ਬੱਚਿਆਂ ਨੂੰ। ਜਿਹਨੇ ਬਾਹਲੀ ਤਸੱਲੀ ਕਰਾਉਣੀ ਆ ਨਾ, ਅਸੀਂ ਫਿਲਮਾਂ ਦੇ ਹੱਕ ਦੇ ਵਿੱਚ ਨਹੀਂ ਆ, ਪਰ ਜਿਹਨੇ ਬਾਹਲੀ ਤਸੱਲੀ ਕਰਾਉਣੀ ਆ ਨਾ, ਊੜਾ ਡਾ ਦਿਖਾ ਲਓ ਇੱਕ ਵਾਰੀ। ਫਿਰ
ਤਸੱਲੀ ਕਰਾਤੀ ਆ ਉਹਦੇ ਚ। ਜੇ ਤੁਸੀਂ ਊੜੇ ਆੜੇ ਨਾਲ ਪਿਆਰ ਨਾ ਪਵਾਇਆ ਆਪਣੇ ਬੱਚਿਆਂ ਦਾ ਤਾਂ ਤੁਹਾਡਾ ਬਣਨਾ ਕੀ ਆ ਇਹ ਲਿਖਿਆ ਪਿਆ ਸੰਸਾਰ ਦੇ ਉੱਤੇ। ਖੈਰ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਉਹਨਾਂ 15 ਭਗਤਾਂ ਦੇ ਵਿੱਚੋਂ ਭਗਤ ਹੈ ਭਗਤ ਸੂਰਦਾਸ ਜੀ ਮਹਾਰਾਜ, ਜਿਨ੍ਹਾਂ ਦੇ 6 ਅੱਖਰ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਛਾਟ ਮਨ ਹਰ ਵਿਮੁਖਨ ਕੋ ਸੰਗ, ਇੱਕ ਪੰਕਤੀ 6 ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਪਰ ਬਦਕਿਸਮਤੀ ਗੱਲੋਂ 90% ਸਾਡੀ ਕੌਮ ਨੂੰ ਉਹ ਪੰਕਤੀ ਨਹੀਂ ਕੰਠ, ਉਹ ਪੰਕਤੀ ਨਹੀਂ ਕੰਠ। 90% ਉਹ ਕੌਮ ਨੂੰ ਨਗਰ ਕੀਰਤਨ ਦਾ ਕੀ ਇਤਿਹਾਸ ਹੈ। ਤੇ ਅਗਲੇ ਪੜਾਅ ਦੇ ਵਿੱਚ ਬੋਲਾਂਗਾ, ਭਗਤ ਸੂਰਦਾਸ ਜੀ ਮਹਾਰਾਜ ਨੂੰ ਆ ਕੇ ਕਿਸੇ ਬੰਦੇ ਨੇ ਸਵਾਲ ਕੀਤਾ ਹੈ, ਔਰ ਉਹ ਜਿਹੜੇ ਸਵਾਲ ਆ ਉਹ 4 ਸਵਾਲ ਹੈ ਗਿਣ ਕੇ, ਔਰ ਉਹ ਸਵਾਲ ਅੱਜ ਤੱਕ PhD ਪੜ੍ਹੇ ਪ੍ਰੋਫੈਸਰਾਂ ਨੂੰ ਨਹੀਂ ਔੜੇ ਹੋਣੇ। ਜਿਹੜੇ ਅੱਜ ਦੇ PhD ਡਾਕਟਰੇਟ ਆ ਨਾ, ਜਿਹੜੇ D.Litt ਦੀ ਡਿਗਰੀ ਚੁੱਕੀ ਫਿਰਦੇ ਆ, ਅੱਜ D.Litt ਦੀ ਡਿਗਰੀ ਵਾਲੇ ਬੰਦਿਆਂ ਨੂੰ ਉਹ ਸਵਾਲ ਨਹੀਂ ਔੜੇ ਹੋਣੇ। ਸਵਾਲ ਹੀ ਇਕੱਲੇ ਉਹਨਾਂ ਨੇ ਨਹੀਂ ਔੜੇ ਹੋਣੇ ਤੇ ਜਵਾਬ ਭਗਤ ਸੂਰਦਾਸ ਜੀ ਮਹਾਰਾਜ ਨੇ ਦੇਣਾ। ਪਰ ਇੱਕ ਗੱਲ ਇੱਥੇ ਰੋਕ ਕੇ ਕਹਿਣ ਲੱਗਿਆ, ਬਾਬਾ ਫਰੀਦ ਸਾਹਿਬ, ਭਗਤ ਰਵਿਦਾਸ ਜੀ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਤੇ ਬਾਕੀ ਜਿੰਨਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ, ਬਾਬਾ ਫਰੀਦ ਸਾਹਿਬ, ਭਗਤ ਕਬੀਰ ਸਾਹਿਬ ਮਹਾਰਾਜ, ਭਗਤ ਬੇਣੀ ਜੀ, ਭਗਤ ਭੀਖਣ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਇਹਨਾਂ ਚੋਂ ਕੋਈ ਬੰਦਾ ਯੂਨੀਵਰਸਿਟੀ ਚ ਨਹੀਂ ਗਿਆ। ਪਰ ਮਾਣ ਕਰਿਓ ਇਹਨਾਂ ਦਾ ਯੂਨੀਵਰਸਿਟੀਆਂ ਚ ਅੱਜ ਸਿਲੇਬਸ ਪੜਾਇਆ ਜਾਂਦਾ, ਇਹਨਾਂ ਤੋਂ PhD ਹੁੰਦੀ ਪਈ ਆ। ਅੱਜ ਇਹਨਾਂ ਨਹੀਂ PhD ਕੀਤੀ, ਪਰ ਅੱਜ ਇਹਨਾਂ ਤੇ PhD ਹੁੰਦੀ ਪਈ ਆ। ਇਹ ਤਾਂ ਇੱਕੋ ਯੂਨੀਵਰਸਿਟੀ ਚੋਂ ਪੜ੍ਹ ਕੇ ਆਏ ਸੀ, ਜਿਹਦੇ ਬਾਰੇ ਬਾਬਾ ਕਬੀਰ ਸਾਹਿਬ ਮਹਾਰਾਜ ਨੇ ਕਿਹਾ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਤੇ। ਉਹ ਅੱਲਾ ਦੀ ਯੂਨੀਵਰਸਿਟੀ ਚੋਂ ਪੜ੍ਹੇ ਹੋਏ ਆ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦਾ, ਅੱਲਾ ਪਾਕ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਅੱਲਾ ਪਾਕ ਪਵਿੱਤਰ ਆ, ਸ਼ੱਕ ਤਾਂ ਕਰੀਏ ਧਰਤੀ ਤੇ ਕੋਈ ਦੂਜਾ ਰੱਬ ਹੋਵੇ। ਰੱਬ ਹੈ ਹੀ ਨਹੀਂ ਦੂਜਾ ਧਰਤੀ ਦੇ ਉੱਤੇ, ਇੱਕੋ ਹੀ ਰੱਬ ਹੈ। ਭਗਤ ਸੂਰਦਾਸ ਜੀ ਮਹਾਰਾਜ ਨੂੰ ਆ ਕੇ ਸਵਾਲ ਕੀਤੇ ਆ ਸਵਾਲ ਬੜੇ ਗੌਰ ਨਾਲ ਸੁਣਿਓ। 4 ਸਵਾਲ ਕੀਤੇ ਉਹਨੇ। ਪਹਿਲਾ ਸਵਾਲ ਉਹਨੇ ਆ ਕੇ ਕੀਤਾ, ਕਹਿੰਦਾ ਅਗਨੀ ਸੇ ਤੇਜ ਕਿਆ, ਅੱਗ ਤੋਂ ਤੇਜ ਕੀ ਹੋ ਸਕਦਾ ਹੈ? ਅੱਗ ਦੀ ਚੰਗਿਆੜੀ ਫੁੱਟਣ ਦੀ ਦੇਰ ਆ, ਦਰਖਤਾਂ ਨੂੰ ਅੱਗ ਲਾ ਕੇ ਰੱਖ ਦਿੰਦੀ ਆ, ਸ਼ਹਿਰ ਤਬਾਹ ਕਰ ਦਿੰਦੀ ਆ, ਪਿੰਡ ਤਬਾਹ ਕਰ ਦਿੰਦੀ ਆ। ਅੱਗ ਜਦੋਂ ਲੱਗਦੀ ਐ ਨਹੀਂ ਦੇਖਦੀ ਮੂਰੇ ਟਰਾਲਾ ਖੜਾ, ਟਰੈਕਟਰ ਖੜਾ ਹੈ। ਅੱਗ ਜਾਤਾਂ ਨਹੀਂ ਦੇਖਦੀ, ਨਸਲ ਨਹੀਂ ਦੇਖਦੀ, ਰੰਗ ਨਹੀਂ ਦੇਖਦੀ। ਅੱਗ ਪਿੰਡ ਨਹੀਂ ਦੇਖਦੀ, ਸ਼ਹਿਰ ਨਹੀਂ ਦੇਖਦੀ। ਅਗਨੀ ਸੇ ਤੇਜ ਕਿਆ, ਅੱਗ ਤੋਂ ਤੇਜ ਕੀ ਹੋ ਸਕਦਾ? ਪਾਣੀ ਸੇ ਪਤਲਾ ਕਿਆ, ਪਾਣੀ ਤੋਂ ਪਤਲਾ ਕੀ ਹੋ ਸਕਦਾ? ਸੂਈ ਦੇ ਨੱਕੇ ਤੋਂ ਵੀ ਪਤਲਾ ਪਾਣੀ, ਸੂਈ ਦੇ ਨੱਕੇ ਤੋਂ ਵੀ ਜਗ੍ਹਾ। ਤੁਸੀਂ ਜਿੰਨੇ ਮਰਜ਼ੀ ਬੰਨ ਲਾ ਦਿਓ, ਪਾਣੀ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ। ਸੂਈ ਦੇ ਨੱਕੇ ਜਿੰਨੀ ਪਾਣੀ ਆਪਣਾ ਰਸਤਾ ਬਣਾ ਲੈਂਦਾ। ਪਾਣੀ ਸੇ ਪਤਲਾ ਕਿਆ। ਤੀਜਾ ਸਵਾਲ, ਕੱਜਲ ਸੇ ਕਿਆ ਕਾਲੀ, ਕੱਜਲ ਤੋਂ ਕਾਲਾ ਕੀ ਹੋ ਸਕਦਾ? ਕੱਜਲ ਤੋਂ ਕਾਲਾ ਕਿਹਨੂੰ ਕਹੋਗੇ ਤੁਸੀਂ? ਤੇ ਚੌਥਾ, ਭੂਮੀ ਸੇ ਕਿਆ ਭਾਰੀ, ਧਰਤੀ ਤੋਂ ਭਾਰਾ ਕੀ ਆ? ਇੱਥੇ ਐਡੀਆਂ ਵੱਡੀਆਂ ਬਿਲਡਿੰਗਸ ਖੜੀਆਂ ਨੇ, ਟਰਾਲੇ ਚੱਲਦੇ ਆ 20 ਟੈਰੀ, 35 ਟੈਰੀ। ਧਰਤੀ ਤੋਂ ਭਾਰਾ ਕੀ ਹੋ ਸਕਦਾ ਹੈ? ਭਗਤ ਸੂਰਦਾਸ ਜੀ ਮਹਾਰਾਜ ਨੇ ਜਵਾਬ ਦਿੱਤਾ ਹੈ, ਅਗਨੀ ਸੇ ਤੇਜ ਕਿਆ, ਅਗਨੀ ਤੋਂ ਤੇਜ ਆ ਕ੍ਰੋਧ, ਗੁੱਸਾ। ਇੱਕ ਵਾਰੀ ਆਉਣ ਦੀ ਦੇਰ ਆ 2 ਭਰਾਵਾਂ 'ਚ ਜੰਗ, ਇੱਕ ਵਾਰੀ ਆਉਣ ਦੀ ਦੇਰ ਆ 2 ਪਿੰਡਾਂ ਦੇ ਵਿੱਚ ਜੰਗ, ਇੱਕ ਵਾਰੀ ਆਉਣ ਦੀ ਦੇਰ ਆ 2 ਮੁਲਕਾਂ 'ਚ ਜੰਗ, ਇੱਕ ਵਾਰੀ ਆਉਣ ਦੀ ਦੇਰ ਆ ਵਰਲਡ ਵਾਰ ਛਿੜ ਜਾਂਦੀ ਹੁੰਦੀ ਆ, ਵਿਸ਼ਵ ਯੁੱਧ ਛਿੜ ਜਾਇਆ ਕਰਦਾ। ਕ੍ਰੋਧ ਹੈ ਅੱਗ ਤੋਂ ਤੇਜ। ਦੂਸਰਾ ਸਵਾਲ, ਪਾਣੀ ਸੇ ਪਤਲਾ ਕਿਆ, ਪਾਣੀ ਤੋਂ ਪਤਲਾ ਗਿਆਨ, ਜਿਹੜਾ ਬੰਦੇ ਦੀ ਸੁਰਤੀ 'ਚ ਦਾਖਲ ਹੋ ਜਾਂਦਾ ਹੈ। ਤੀਜਾ, ਕੱਜਲਾਂ ਧੁੰਦੀਆਂ ਮਰ ਜਾਂਦੀਆਂ ਨੇ। ਤੇ ਚੌਥਾ, ਭੂਮੀ ਸੇ ਕਿਆ ਭਾਰੀ, ਧਰਤੀ ਤੋਂ ਭਾਰਾ ਕੀ ਹੈ? ਧਰਤੀ ਤੋਂ ਭਾਰਾ ਕੀ ਹੋ ਸਕਦਾ? ਭਾਈ ਗੁਰਦਾਸ ਜੀ ਨੇ ਵਾਰ ਲਿਖੀ ਆ, ਨਾ ਕਿਸ ਭਾਰੇ ਪਰਬਤਾਂ ਅਸਮਾਨ ਗਰੰਤੇ। ਪਰਬਤ ਨਹੀਂ ਭਾਰੇ ਲੱਗਦੇ, ਟਰਾਲੇ ਨਹੀਂ ਭਾਰੇ ਲੱਗਦੀਆਂ, ਬਿਲਡਿੰਗਸ ਨਹੀਂ ਭਾਰੀਆਂ ਲੱਗਦੀਆਂ, ਸਕੂਲਸ ਕਾਲਜਸ ਨਹੀਂ ਭਾਰੇ ਲੱਗਦੇ। ਫਿਰ ਕੀ ਭਾਰਾ ਲੱਗਦਾ ਹੈ? ਜਿਹੜੇ ਬੰਦੇ ਧਰਤੀ ਦੇ ਉੱਤੇ ਇਨਸਾਨ ਬਣਾ ਕੇ ਭੇਜੇ ਤੇ ਸ਼ੈਤਾਨਾਂ ਦੀ ਰੂਹ ਦਾਖਲ ਹੋ ਗਈ, ਜਿੰਨਾ ਅੱਤ ਦਾ ਜ਼ੁਲਮ ਲਾ ਕੇ ਰੱਖ ਦਿੱਤਾ। ਇੱਥੋਂ ਤੱਕ ਗੱਲ ਲਿਖੀ ਆ ਡਾਕਟਰ ਰੂਪ ਸਿੰਘ ਦੀ ਕਿਤਾਬ ਹੈ, ਸ਼੍ਰੋਮਣੀ ਕਮੇਟੀ ਨੇ ਛਾਪੀ ਹੈ। ਭਗਤ ਰਵਿਦਾਸ ਜੀ ਇੱਥੋਂ ਤੱਕ ਭਾਰਤ ਦੀ ਧਰਤੀ ਦੇ ਉੱਤੇ ਨਿਆਂ ਪ੍ਰਣਾਲੀ ਲਿਆ ਕੇ ਖੜੀ ਕਰ ਦਿੱਤੀ ਕਿ ਖੂਹ ਤੇ ਜਾ ਕੇ ਕੁੱਤਾ ਤਾਂ ਪਾਣੀ ਪੀ ਸਕਦਾ ਹੈ, ਪਰ ਨੀਵੀਆਂ ਜਾਤਾਂ ਵਾਲਿਆਂ ਨੂੰ ਹੱਕ ਨਹੀਂ ਆ ਵੀ ਉਹ ਪਾਣੀ ਭਰ ਕੇ ਖੂਹ ਤੋਂ ਲਿਆਉਣ। ਇਨਸਾਨ ਬਣਾ ਕੇ ਭੇਜਿਆ, ਪਰ ਇਨਸਾਨ ਜ਼ਾਲਮ ਬਣਦਾ ਜਾਂਦਾ, ਜ਼ੁਲਮ ਕਮਾਉਂਦਾ ਜਾਂਦਾ। ਤੇ ਇੱਕ ਸ਼ਾਇਰ ਦੇ ਬੜੇ ਸੋਹਣੇ ਜਿਹੇ ਬਚਨ ਹੈ, ਉਹ ਕਹਿੰਦਾ, ਹੁਣ ਤਾਂ ਦਾਤਿਆ ਜ਼ੁਲਮ ਦੀ ਹੱਦ ਹੋ ਗਈ, ਹੁਣ ਹੋਰ ਨਹੀਂ ਦੁੱਖ ਸਾਤੋਂ ਜਰ ਹੁੰਦੇ, ਜੀ ਕੇ ਰੋਜ਼ ਨਹੀਂ ਮਰ ਹੁੰਦਾ, ਤੇ ਸਾਗਰ ਦੁੱਖਾਂ ਦੇ ਰੋਜ਼ ਨਹੀਂ ਤਰ ਹੁੰਦੇ। ਬਸ ਇਸ ਕੜੀ ਨੂੰ ਮਕਾਉਣ ਲਈ ਤੂੰ ਆਪ ਰੂਪ ਧਾਰ ਕੇ ਆ ਜਾ, ਕੋਈ ਰੱਬੀ ਅਵਤਾਰ ਭੇਜ। ਬਸ ਜਦੋਂ ਲੁਕਾਈ ਨੇ ਪੁਕਾਰਾ ਕੀਤੀਆਂ, ਹੈ ਕਰਦੀ ਸੁਣੀ ਲੁਕਾਈ, ਉਸ ਲੁਕਾਈ ਦੀਆਂ ਪੁਕਾਰਾਂ ਨੂੰ ਸੁਣ ਕੇ 1377 ਸੰਨ ਦੇ ਅੰਦਰ ਸ਼ੀਰ ਗਵਰਧਨਪੁਰ ਮਹੱਲਾ
ਹਰੀ ਨੰਦ ਤੇ ਚਤਰ ਕੌਰ ਦਾ ਪੋਤਾ, ਹਰੀ ਨੰਦ ਤੇ ਚਤਰ ਕੌਰ ਦਾ ਪੋਤਾ, ਪਿਤਾ ਸੰਤੋਖ ਦਾਸ ਤੇ ਮਾਤਾ ਕਲਸੀ ਦੀ ਕੁੱਖ ਦੇ ਭਾਗ ਜਗਾਉਣ ਦੇ, ਔਰ ਜਿਹਨੇ ਸ਼ੀਰ ਗੋਬਰਧਨਪੁਰ ਮਹੱਲੇ ਦੇ ਵਿੱਚ ਆਉਣਾ ਹੈ, ਉਹਨਾਂ ਆਪ ਦੱਸਿਆ ਮੇਰੀ ਜਾਤ ਪਾਤ ਕੁੱਟ ਬਾੜਲਾ ਨਿੱਤਾ ਬਨਾਰਸੀ ਆਸ ਪਾਸਾ, ਮੇਰਾ ਬਨਾਰਸ ਦੇ ਆਲੇ ਦੁਆਲੇ ਪਿੰਡ ਦੇ ਵਿੱਚ ਜਨਮ ਹੈ। ਔਰ ਉਹ ਬਨਾਰਸ ਜਿਹਦੇ ਬਾਰੇ ਬਾਬਾ ਕਬੀਰ ਸਾਹਿਬ ਮਰਦ ਨੇ ਇੱਕ ਗੱਲ ਕਹੀ ਹੈ ਕਿ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਬੱਗ, ਓਏ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ, ਠੱਗਾ ਨਾ ਭਰਿਆ ਪਿਆ ਬਨਾਰਸ। ਉਹ ਠੱਗਾ ਦੀ ਧਰਤੀ ਦੇ ਉੱਤੇ ਉਹ ਸੂਰਮਾ ਆਉਣ ਲੱਗਿਆ ਜਿਹਨੇ ਜਾਤ ਪਾਤ ਕਰਮ ਕੰਡ ਚੱਲਦੇ ਪਖੰਡ ਦੇ ਮੂਹਰੇ ਮੱਥਾ ਲਾ ਕੇ ਖੜਨਾ ਹੈ, ਜਿਹਨੇ ਧੱਜੀਆਂ ਉਡਾਉਣੀਆਂ ਨੇ ਚੱਲਦੇ ਉਹ ਸਮਾਜ ਦੇ ਵਿੱਚ ਕੂੜੇ ਕਰਕਟ ਦੀਆਂ, ਜਿਹਨੇ ਦੁਨੀਆ ਦਾ ਗੰਦ ਸਾਫ਼ ਕਰਕੇ ਰੱਖ ਦੇਣਾ। ਕੋਈ ਸੰਤ ਨਹੀਂ ਆਉਣ ਲੱਗਿਆ ਜਿਹਨੇ ਡੇਰਾ ਬਣਾ ਲੈਣਾ, ਕੋਈ ਬਾਬਾ ਨਹੀਂ ਆਉਣ ਲੱਗਿਆ ਜਿਹਨੇ ਚੇਲੇ ਬਣਾਉਣ ਲੱਗਿਆ। ਆ ਰੱਬ ਦੀ ਅੰਸ਼ ਮਾਤਾ ਕਲਸੀ ਦੀ ਕੁੱਖ ਨੂੰ ਭਾਗ ਲਾਉਣ ਲਈ ਠੱਗਾ ਦੇ ਟੋਲੇ ਦੇ ਵਿੱਚ ਰੱਬ ਦਾ ਭਗਤ ਇਉਂ ਆਉਣ ਲੱਗਿਆ। जगमग जगमग होगी सारे, देखो चानन छा गया मां कलसी दी गोदी, मां कलसी दी गोदी, सचखंड दा वासी आ गया मां कलसी दी गोदी, सचखंड दा वासी आ